खुदावंद यसू मसीह दे जिंदा पाक ते जलाली नाच सारे भैणां ते भरावां नूं बहुत बहुत सलाम। पंजाबी दा तस्करा कर रहे हैं ते पंजाबी च ही गल कर लैने। ਇਹ ਉਹ ਨਵਾਂ ਇਹਦਾਮਾ ਹੈ ਜਿਹੜਾ ਟਰਾਂਸਲੇਟ ਹੋਇਆ, ਜਿਹਦੇ ਬਾਬਤ ਤੁਹਾਨੂੰ ਡੇਵਿਡ ਅਨਵਰ ਨੇ ਦੱਸਿਆ। ਇਹਦੇ 'ਚ ਬਹੁਤ ਸਾਰੇ ਲੋਕਾਂ ਨੇ ਮਿਲ ਕੇ ਕੰਮ ਕੀਤਾ ਔਰ ਦੁਨੀਆ 'ਚ ਜਿੰਨੀਆਂ ਵੀ ਜ਼ੁਬਾਨਾਂ ਬੋਲੀਆਂ ਜਾਂਦੀਆਂ ਨੇ ਬਾਈਬਲ ਮੁਕੱਦਸ ਨੂੰ ਉਹਦੇ 'ਚ ਟਰਾਂਸਲੇਟ ਜ਼ਰੂਰ ਹੋਣਾ ਚਾਹੀਦਾ ਔਰ ਬਾਈਬਲ ਸੁਸਾਇਟੀ ਇਹਦੇ ਲਈ ਬਹੁਤ ਕੋਸ਼ਿਸ਼ ਕਰ ਰਹੀ ਹੈ। ਪੂਰੀ ਦੁਨੀਆ ਦੇ ਵਿੱਚ ਬਾਈਬਲ ਸੁਸਾਇਟੀਜ਼ ਦੀਆਂ ਜਿੱਥੇ ਜਿੱਥੇ ਬ੍ਰਾਂਚਿਸ ਮੌਜੂਦ ਨੇ ਉਹਨਾਂ ਬੋਲੀਆਂ ਦੇ ਵਿੱਚ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬਾਈਬਲ ਮੁਕੱਦਸ ਨੂੰ ਢਾਲਿਆ ਜਾਏ, ਬਾਈਬਲ ਮੁਕੱਦਸ ਦਾ ਤਰਜਮਾ ਕੀਤਾ ਜਾਏ। ਜਿਹੜੀ ਮਾਂ ਜਾਈ ਜ਼ੁਬਾਨ ਹੁੰਦੀ ਹੈ, ਮਾਂ ਬੋਲੀ ਜ਼ੁਬਾਨ ਹੁੰਦੀ ਹੈ, ਜਿਹੜੀ ਅਸੀਂ ਬਚਪਨ ਤੋਂ ਸੁਣਨੇ। ਅਗਰ ਕੋਈ ਉਰਦੂ ਬੋਲਣ ਵਾਲਾ ਹੈ, ਪਸ਼ਤੋ ਬੋਲਣ ਵਾਲਾ ਹੈ, ਸਰਾਇਕੀ ਬੋਲਣ ਵਾਲਾ ਹੈ, ਪੰਜਾਬੀ ਬੋਲਣ ਵਾਲਾ ਹੈ, ਜਦੋਂ ਉਹ ਆਪਣੀ ਜ਼ੁਬਾਨ ਬੋਲਦਾ ਭਾਵੇਂ ਉਹਨੂੰ ਦੁਨੀਆ ਦੀਆਂ ਕਿੰਨੀਆਂ ਵੀ ਜ਼ੁਬਾਨਾਂ ਤੇ ਬੂਰਾ ਹਾਸਲ ਹੋਏ, ਲੇਕਿਨ ਜਦੋਂ ਆਪਣੀ ਮਾਂ ਜਾਈ ਜ਼ੁਬਾਨ ਬੋਲਦਾ ਜਿਹੜੀ ਉਹਨੇ ਆਪਣੇ ਘਰ 'ਚ ਰਹਿ ਕੇ ਸਿੱਖੀ ਹੁੰਦੀ ਹੈ, ਉਹ ਜ਼ੁਬਾਨ ਉਹਨੂੰ ਬਹੁਤ ਫੈਸੀਨੇਟ ਕਰਦੀ ਹੈ, ਉਹ ਉਹਨੂੰ ਖੁਸ਼ੀ ਦਿੰਦੀ ਹੈ। ਤੇ ਪੰਜਾਬ ਦਾ ਜਿਹੜਾ ਕਲਚਰ ਹੈ, ਜ਼ਾਹਿਰ ਜੀ ਗੱਲ ਹੈ ਪੰਜਾਬ ਦੀ ਜ਼ੁਬਾਨ ਪੰਜਾਬੀ ਹੈ। ਤੁਸੀਂ ਇਸ ਚੀਜ਼ ਨੂੰ ਸੈਕਿੰਡ ਕਰੋਗੇ ਜਦੋਂ ਅਸੀਂ ਜ਼ਬੂਰ ਗਾਉਂਦੇ ਹਾਂ ਤੇ ਜ਼ਬੂਰਾਂ ਦੇ ਵਿੱਚ ਸਾਡੀ ਕੈਫੀਅਤ ਬਦਲ ਜਾਂਦੀ। ਜ਼ਬੂਰ ਸਾਨੂੰ ਬੜੇ ਸਾਡੇ ਦਿਲ ਦੇ ਕਰੀਬ ਲੱਗਦੇ ਨੇ ਔਰ ਇੰਨੇ ਵਰੇ ਗੁਜ਼ਰਨ ਦੇ ਬਾਅਦ ਵੀ ਜ਼ਬੂਰ ਅੱਜ ਵੀ ਜ਼ਿੰਦਾ ਨੇ। ਪਾਦਰੀ ਆਈਡੀ ਸ਼ਬਾਜ਼ ਸਾਹਿਬ ਨੇ ਉਹਨਾਂ ਦਾ ਤਰਜਮਾ ਕੀਤਾ ਸੀ ਔਰ ਮੇਰੀ ਇਹ ਖੁਸ਼ਬਖਤੀ ਹੈ ਕਿ ਪਾਕਿਸਤਾਨ ਦੇ ਸਾਰੇ ਹੀ ਸੂਬਿਆਂ 'ਚ ਮੈਨੂੰ ਜਾ ਕੇ ਕਲਾਮ ਸੁਣਾਉਣ ਦੀ ਤੌਫੀਕ ਮਿਲੀ। ਈਵਨ ਕਿ ਮੈਂ ਤੇ ਡੇਵਿਡ ਲਾਸਟ ਟਾਈਮ ਅਸੀਂ ਆਜ਼ਾਦ ਕਸ਼ਮੀਰ ਵੀ ਗਏ, ਉੱਥੇ ਵੀ ਜਾ ਕੇ ਅਸੀਂ ਕਲਾਮ ਦੀ ਖਿਦਮਤ ਕਰਕੇ ਆਏ ਤੇ ਸਾਨੂੰ ਇੱਕ ਚੀਜ਼ ਦੀ ਖੁਸ਼ੀ ਮਹਿਸੂਸ ਹੋਈ ਕਿ ਸਭ ਹੀ ਜਗ੍ਹਾ ਤੇ ਲੋਕ ਜ਼ਬੂਰ ਗਾਉਂਦੇ ਨੇ ਔਰ ਪੰਜਾਬੀ ਨੂੰ ਬੜਾ ਪਸੰਦ ਕਰਦੇ ਨੇ ਔਰ ਮਸੀਹੀ ਜਿੱਥੇ ਵੀ ਹੁੰਦੇ ਨੇ ਉਹ ਪੰਜਾਬੀ ਬੋਲਦੇ ਨੇ। ਮੈਨੂੰ ਇਹ ਬੜੀ ਹੈਰਤ ਹੋਈ। ਕਰਾਚੀ 'ਚ ਵੀ ਪੰਜਾਬੀ ਬੋਲਦੇ ਨੇ, ਪਖਤੂਨਖਵਾ ਦੇ ਵਿੱਚ ਵੀ ਪੰਜਾਬੀ ਬੋਲਦੇ ਨੇ, ਬਲੋਚਿਸਤਾਨ ਦੇ ਵਿੱਚ ਵੀ ਪੰਜਾਬੀ ਬੋਲਦੇ ਨੇ ਤੇ ਪੰਜਾਬੀ ਹੈ ਹੀ ਨੇ। ਤੇ ਬੋਲੀ ਜਿਹੜੀ ਹੈ ਇਹ ਇੱਕ ਬ੍ਰਿਜ ਦੀ ਤਰ੍ਹਾਂ ਹੁੰਦੀ, ਇੱਕ ਪੁਲ ਹੁੰਦੀ ਜਿਹੜੀ ਦੋ ਲੋਕਾਂ ਦੇ ਦਰਮਿਆਨ ਰਾਬਤੇ ਦਾ ਸਬਬ ਬਣਦੀ। ਕੋਈ ਵੀ ਜ਼ੁਬਾਨ ਕਮਤਰ ਜ਼ੁਬਾਨ ਨਹੀਂ ਹੁੰਦੀ। ਹਰ ਇੱਕ ਬੋਲੀ ਜਿਹੜੀ ਹੈ ਜ਼ਮੀਨ ਤੇ ਬੋਲੀ ਜਾਂਦੀ ਹੈ, ਉਹ ਲੋਕਾਂ ਦੇ ਦਰਮਿਆਨ ਰਾਬਤੇ ਦਾ ਸਬਬ ਹੈ। ਲਿਹਾਜ਼ਾ ਅਸੀਂ ਇਹ ਨਹੀਂ ਕਹਿ ਸਕਦੇ ਕਿ ਅੰਗਰੇਜ਼ੀ ਬਹੁਤ ਵੱਡੀ ਜ਼ੁਬਾਨ ਹੈ, ਬੜੀ ਉੱਤਮ ਜ਼ੁਬਾਨ ਹੈ। ਜਿਹੜਾ ਬੰਦਾ ਅੰਗਰੇਜ਼ੀ ਨਹੀਂ ਬੋਲ ਸਕਦਾ, ਜਿਹੜਾ ਬੰਦਾ ਅੰਗਰੇਜ਼ੀ ਤੋਂ ਵਾਕਿਫ ਨਹੀਂ, ਉਹਨੂੰ ਇਹ ਪਤਾ ਹੈ ਕਿ ਬਈ ਮੈਨੂੰ ਤਾਂ ਅੰਗਰੇਜ਼ੀ ਆਉਂਦੀ ਨਹੀਂ, ਲਿਹਾਜ਼ਾ ਪਤਾ ਨਹੀਂ ਹੈ ਗੋਰਾ ਕੀ ਕਹਿ ਰਿਹਾ। ਲੇਕਿਨ ਜਦੋਂ ਤੁਸੀਂ ਉਹਦੇ ਨਾਲ ਪੰਜਾਬੀ ਬੋਲੋਗੇ ਤੇ ਉਹ ਖੁਸ਼ ਹੋ ਜਾਏਗਾ, ਉਹ ਖੁਸ਼ੀ ਮਹਿਸੂਸ ਕਰੇਗਾ। ਇਸ ਲਈ ਕਿਉਂਕਿ ਉਹਨੂੰ ਪਤਾ ਹੋਏਗਾ ਕਿ ਮੇਰੀ ਜ਼ੁਬਾਨ ਬੋਲੀ ਜਾ ਰਹੀ ਹੈ ਔਰ ਜੋ ਕੁਝ ਮੈਨੂੰ ਦੱਸਿਆ ਜਾ ਰਿਹਾ ਮੈਨੂੰ ਉਹਦੀ ਸਮਝ ਲੱਗ ਰਹੀ। ਸੋ ਬਾਈਬਲ ਮੁਕੱਦਸ ਦੀ ਇਸ ਖੂਬਸੂਰਤ ਕਾਵਿਸ਼ ਲਈ ਅਸੀਂ ਖੁਦਾਵੰਦ ਦੇ ਸ਼ੁਕਰਗੁਜ਼ਾਰ ਹਾਂ ਔਰ ਮੈਂ ਸਮਝਦਾ ਵਾਂ ਕਿ ਕਿਸੇ ਵੀ ਇਨਸਾਨ ਦੀ ਐਨੀ ਹੈਸੀਅਤ ਔਰ ਹਸਤੀ ਨਹੀਂ ਕਿ ਉਹ ਖੁਦਾ ਦੇ ਕਲਾਮ ਦੀ ਖਿਦਮਤ ਕਰ ਸਕੇ। ਇਹ ਖੁਦਾ ਦਾ ਪਾਕ ਬੁਲਾਵਾ ਹੈ ਜਿਹਦੇ ਤਹਿਤ ਖੁਦਾ ਸਾਨੂੰ ਬੁਲਾਉਂਦਾ ਹੈ ਔਰ ਮੈਂ ਸਮਝਦਾ ਕਿ ਮੇਰੇ ਘਰਾਣੇ ਤੇ ਮੇਰੀ ਟੀਮ ਤੇ ਜਿਹੜੇ ਸਾਡੇ ਹਮ ਖਿਦਮਤ ਭਾਈ ਨੇ ਸਾਡੇ ਸਾਰਿਆਂ ਤੇ ਬੜਾ ਫਜ਼ਲ ਹੋਇਆ, ਸਾਡੀ ਕਲੀਸਿਆ ਤੇ ਫਜ਼ਲ ਹੋਇਆ ਕਿਉਂਕਿ ਮੈਂ ਤੇ ਇਸ ਕਲੀਸਿਆ ਦਾ ਪਾਸਬਾਨ ਹਾਂ ਤੇ ਜਦੋਂ ਮੈਨੂੰ ਇਸ ਟੀਮ 'ਚ ਕੰਮ ਕਰਨ ਦਾ ਮੌਕਾ ਮਿਲਿਆ ਤੇ ਇਹਦਾ ਮਤਲਬ ਅਸੀਂ ਸਾਰਿਆਂ ਨੇ ਇਹਦੇ 'ਚ ਕੰਮ ਕੀਤਾ। ਸੋ ਇਹ ਜਿਹੜਾ ਕ੍ਰੈਡਿਟ ਹੈ ਇਹ ਮੇਰਾ ਕ੍ਰੈਡਿਟ ਨਹੀਂ ਹੈ, ਇਹ ਸਾਡਾ ਸਾਰਿਆਂ ਦਾ ਕ੍ਰੈਡਿਟ ਹੈ। ਪੌਲੁਸ ਰਸੂਲ ਫਰਮਾਂਦਾ ਜਦੋਂ ਆਪਣੀ ਕਲੀਸਿਆ ਤੋਂ ਉਹ ਦਰਖਾਸਤ ਕਰਦਾ ਕਿ ਤੁਸੀਂ ਮੇਰੇ ਲਈ ਦੁਆ ਕਰੋ ਕਿ ਅਸਮਾਨ ਮੇਰੇ ਤੇ ਖੁੱਲੇ, ਅਸਮਾਨ ਦਾ ਬੂਹਾ ਮੇਰੇ ਤੇ ਖੁੱਲੇ ਤਾਂ ਕਿ ਖੁਦਾ ਦਾ ਕਲਾਮ ਮੇਰੇ ਤੇ ਨਾਜ਼ਲ ਹੋਏ ਤੇ ਮੈਂ ਖੁਦਾ ਦਾ ਕਲਾਮ ਲੋਕਾਂ ਨੂੰ ਪੂਰੀ ਸਿਹਤ ਦੇ ਨਾਲ ਦੱਸ ਸਕਾਂ, ਬਿਆਨ ਕਰ ਸਕਾਂ। ਤੇ ਇਹ ਖੁਦਾ ਦੀ ਤੌਫੀਕ ਹੈ ਜਿਹੜੀ ਖੁਦਾ ਵੱਲੋਂ ਸਾਨੂੰ ਮਿਲੀ ਹੈ। ਤੇ ਮੈਂ ਸਮਝਦਾ ਕਿ ਇੱਕ ਸਾਡੀ ਛੋਟੀ ਜਿਹੀ ਕਲੀਸਿਆ ਹੈ ਲੇਕਿਨ ਇਸ ਕਲੀਸਿਆ ਦੇ ਵਿੱਚੋਂ ਖੁਦਾਵੰਦ ਨੇ ਇੱਕ ਜ਼ਬਰਦਸਤ ਕੰਮ ਕੀਤਾ। ਔਰ ਇੱਕ ਗੱਲ ਮੈਂ ਹੋਰ ਜ਼ਰੂਰ ਕਹਿਣਾ ਚਾਹਾਂਗਾ, ਫਿਰ ਅਸੀਂ ਖੁਦਾ ਦੇ ਕਲਾਮ ਵੱਲ ਵਧਾਂਗੇ। ਖੁਦਾਵੰਦ ਜਦੋਂ ਤੁਹਾਡੇ ਤੋਂ ਕੰਮ ਲੈਂਦਾ ਹੈ, ਤੁਹਾਡੀ ਜ਼ਿੰਦਗੀ ਦੇ ਟਫ ਤਰੀਨ ਹਾਲਾਤ ਦੇ ਵਿੱਚ ਖੁਦਾ ਤੁਹਾਡੇ ਕੋਲ ਬੈਸਟ ਕੰਮ ਲੈਂਦਾ। ਜਿਸ ਵੇਲੇ ਤੁਸੀਂ ਸਭ ਤੋਂ ਕਮਜ਼ੋਰ ਹਾਲਤ 'ਚ ਹੁੰਦੇ ਹੋ, ਖੁਦਾ ਉਸ ਵੇਲੇ ਤੁਹਾਡੇ ਕੋਲ ਸਭ ਤੋਂ ਤਾਕਤਵਰ ਕੰਮ ਲੈਂਦਾ। ਜਿਸ ਵੇਲੇ ਮੈਨੂੰ ਬਾਈਬਲ ਸੁਸਾਇਟੀ ਨੇ ਕਾਲ ਕੀਤੀ, ਮੈਨੂੰ ਤਾਂ ਪਤਾ ਵੀ ਨਹੀਂ ਸੀ ਕਿ ਬਾਈਬਲ ਸੁਸਾਇਟੀ ਮੈਨੂੰ ਕਾਲ ਕਰੇਗੀ। ਮੈਂ ਚੰਦ ਇੱਕ ਅਦਾਰਿਆਂ ਦੇ ਨਾਲ ਪੰਜਾਬੀ ਦੇ ਹਵਾਲੇ ਨਾਲ ਛੋਟਾ ਮੋਟਾ ਕੰਮ ਕਰ ਰਿਹਾ ਸਾਂ। ਉਹ ਟ੍ਰੇਸ ਆਊਟ ਕਰ ਰਹੇ ਸਨ ਕਿ ਕਿਹੜੇ ਬੰਦੇ ਨੇ ਜਿਹੜੇ ਪੰਜਾਬੀ ਲਿਖ ਸਕਦੇ ਨੇ, ਬੋਲ ਸਕਦੇ ਨੇ, ਪੰਜਾਬੀ ਨੂੰ ਅੱਛੀ ਤਰ੍ਹਾਂ ਸਮਝਦੇ ਨੇ। ਤੇ ਉਹਨਾਂ ਨੇ ਮੈਨੂੰ ਵੀ ਟ੍ਰੇਸ ਆਊਟ ਕਰ ਲਿਆ ਤੇ ਬਾਈਬਲ ਸੁਸਾਇਟੀ ਤੋਂ ਮੈਨੂੰ ਕਾਲ ਆਈ ਕਿ ਸਰ ਜੀ ਅਸੀਂ ਚਾਹ ਰਹੇ ਹਾਂ ਕਿ ਤੁਸੀਂ ਇਸ ਪ੍ਰੋਜੈਕਟ ਦੇ ਵਿੱਚ ਸਾਡੇ ਨਾਲ ਮਿਲ ਕੇ ਕੰਮ ਕਰੋ। ਉਸ ਵੇਲੇ ਮੇਰੀ ਮਿਸਿਸ ਨੂੰ ਸ਼ਦੀਦ ਪ੍ਰੋਬਲਮ ਸੀ ਬੈਕਬੋਨ ਦੀ ਔਰ ਉਹ ਬਹੁਤ ਜ਼ਿਆਦਾ ਬਿਮਾਰ ਸੀ, ਅਲੀਲ ਸੀ। ਮੈਂ ਖੁਦ ਵੀ ਬਹੁਤ ਥੱਕਿਆ ਹੋਇਆ ਸੀ ਔਰ ਮੇਰੇ ਲਈ ਇਹ ਪਰੇਸ਼ਾਨੀ ਦਾ ਸਬਬ ਸੀ ਕਿ ਅਸੀਂ ਕੀ ਕਰਾਂਗੇ। ਲੇਕਿਨ ਉਸ ਮੁਸ਼ਕਿਲ ਦੇ ਟਾਈਮ ਦੇ ਵਿੱਚ ਅਸੀਂ ਦੋਵਾਂ ਨੇ ਆਪਸ 'ਚ ਬਹਿ ਕੇ ਸਲਾਹ ਕੀਤੀ ਕਿ ਵੀ ਕੀ ਕਰੀਏ। ਤੇ ਮੇਰੀ ਮਿਸਿਸ ਨੇ ਮੈਨੂੰ ਕਿਹਾ ਕਿ ਤੁਹਾਨੂੰ ਹਰ ਹਾਲ 'ਚ ਕੰਮ ਕਰਨਾ ਚਾਹੀਦਾ ਕਿਉਂਕਿ ਮੇਰੀ ਮਿਸਿਸ ਇਸ ਚੀਜ਼ ਲਈ ਦੁਆ ਵੀ ਕਰਦੀ ਸੀ ਕਿ ਬਾਈਬਲ ਸੁਸਾਇਟੀ ਦੇ ਨਾਲ ਕਿਸੇ ਪ੍ਰੋਜੈਕਟ 'ਚ ਤੁਸੀਂ ਕੰਮ ਕਰੋ। ਤੇ ਮਿਸਿਸ ਮੇਰੀ ਕਹਿਣ ਲੱਗੀ ਕਿ ਜੀ ਤੁਹਾਨੂੰ ਅਗਰ ਇਹ ਮੌਕਾ ਮਿਲਿਆ ਤੇ ਫਿਰ ਤੁਸੀਂ ਇਹਨੂੰ ਮਿਸ ਨਾ ਕਰੋ, ਭਾਵੇਂ ਹਾਲਾਤ ਕਿੰਜ ਦੇ ਵੀ ਨੇ, ਖੁਦਾ ਸਾਨੂੰ ਤੌਫੀਕ ਦੇਗਾ, ਅਸੀਂ ਇਹਨੂੰ ਮੈਨੇਜ ਕਰਾਂਗੇ। ਸੋ ਅਸੀਂ ਉਸ ਕੰਮ ਨੂੰ ਸ਼ੁਰੂ ਕੀਤਾ। ਹਾਲਾਤ ਠੀਕ ਨਹੀਂ ਹੋਏ, ਹਾਲਾਤ ਮੁਸ਼ਕਲ ਹੀ ਰਹੇ। ਉਹ 4-5 ਮਹੀਨੇ ਅਸੀਂ ਬੜੇ ਔਖੇ ਕੱਢੇ ਲੇਕਿਨ ਉਸ ਔਖੇ ਟਾਈਮ ਦੇ ਵਿੱਚ ਖੁਦਾਵੰਦ ਨੇ ਸਾਨੂੰ ਬਲੈਸ ਕੀਤਾ ਔਰ ਮੈਂ ਉਹ ਕੰਮ ਕਰ ਸਕਿਆ ਜਿਹਦੇ ਲਈ ਉਹਨਾਂ ਨੇ ਮੈਨੂੰ ਸੱਦਿਆ ਸੀ। ਸੋ ਐਸੇ ਹਵਾਲੇ ਨਾਲ ਫਿਲਿੱਪੀਓਂ ਦੇ ਖੱਤ ਦੇ ਵਿੱਚੋਂ ਅਸੀਂ ਇੱਕ ਪੈਸੇਜ ਪੜਾਂਗੇ, ਉਹਦਾ 3 ਬਾਬ
ਉਹਦੀ 12ਵੀਂ ਆਇਤ ਤੋਂ ਮੈਂ ਤੁਹਾਡੇ ਸਾਹਮਣੇ ਪੜਾਂਗਾ। ਫਿਲਿੱਪੀਆਂ ਦੇ ਨਾਂ ਖਤ ਉਹਦਾ 3 ਬਾਬ ਔਰ ਉਹਦੀ 12ਵੀਂ ਆਇਤ ਤੋਂ ਖੁਦਾਵੰਦ ਦੇ ਜ਼ਿੰਦਾ ਕਲਾਮ 'ਚ ਲਿਖਿਆ, ਇਹ ਨਹੀਂ ਪਈ ਮੈਨੂੰ ਹੁਣ ਤੀਕਰ ਲੱਭਾ ਏ ਜਾਂ ਮੈਂ ਹੁਣ ਤੀਕਰ ਪੁੱਗ ਗਿਆ, ਪਰ ਮੈਂ ਭੱਜਾ ਜਾਣਾ ਭਈ ਉਸ ਗੱਲ ਨੂੰ ਹੱਥ ਪਾ ਜਿਹਦੇ ਮਾਰਿਆਂ ਯਿਸੂ ਮਸੀਹ ਮੈਨੂੰ ਹੱਥ ਪਾਇਆ ਹੈ। ਉਹ ਕਹਿੰਦਾ ਮੈਂ ਉਸ ਕੰਮ ਨੂੰ ਹੱਥ ਪਾਉਣਾ ਚਾਹਨਾ ਜਿਹਦੇ ਲਈ ਯਿਸੂ ਨੇ ਮੈਨੂੰ ਹੱਥ ਪਾਇਆ, ਯਿਸੂ ਨੇ ਮੈਨੂੰ ਬੁਲਾਇਆ ਹੈ। ਭਰਾਓ ਮੇਰਾ ਇਹ ਖਿਆਲ ਨਹੀਂ ਭਈ ਮੇਰੇ ਹੱਥ ਲੱਗ ਗਿਆ, ਪਰ ਇੱਕ ਗੱਲ ਕਰਨਾ, ਜਿਹੜੀਆਂ ਸ਼ੈਵਾਂ ਪਿੱਛੇ ਰਹਿ ਗਈਆਂ ਨੇ ਉਹਨਾਂ ਨੂੰ ਵਸਾਰ ਕੇ, ਮਤਲਬ ਪਿੱਛੇ ਛੱਡ ਕੇ ਉਹਨਾਂ ਨੂੰ ਵਸਾਰ ਕੇ ਅਗਲੀਆਂ ਸ਼ੈਵਾਂ ਵੱਲ ਵੱਧਦਾ ਜਾਣਾ, ਨਿਸ਼ਾਨੇ ਵੱਲ ਭੱਜਾ ਜਾਣਾ, ਤਾਂ ਜੋ ਉਸ ਇਨਾਮ ਨੂੰ ਲੈ ਲਵਾਂ ਜਿਹਦੇ ਲਈ ਖੁਦਾ ਨੇ ਯਿਸੂ ਮਸੀਹ ਦੀ ਰਾਹੀਂ ਮੈਨੂੰ ਉਤਾਂ ਸੱਦਿਆ। ਆਮੀਨ। ਮੇਰੇ ਜੀਜ਼ੋ, ਪੌਲੁਸ ਰਸੂਲ ਇੱਕ ਅਜਰ ਦੀ ਗੱਲ ਕਰਦਾ, ਖਿਦਮਤ ਦੀ ਗੱਲ ਕਰਦਾ ਕਿ ਮੈਨੂੰ ਖੁਦਾ ਨੇ ਸੱਦਿਆ, ਮੈਨੂੰ ਖੁਦਾ ਨੇ ਬੁਲਾਇਆ ਤਾਂ ਕਿ ਮੈਂ ਖੁਦਾ ਦਾ ਕੰਮ ਕਰਾਂ, ਤਾਂ ਕਿ ਮੈਂ ਖੁਦਾ ਦੇ ਕਲਾਮ ਦੀ ਖਿਦਮਤ ਕਰਾਂ, ਤਾਂ ਕਿ ਮੈਂ ਲੋਕਾਂ 'ਚ ਜਾ ਕੇ ਯਿਸੂ ਮਸੀਹ ਦੀ ਖੁਸ਼ਖਬਰੀ ਸੁਣਾਵਾਂ, ਅੰਜੀਲ ਨੂੰ ਬਿਆਨ ਕਰਾਂ। ਉਹ ਇਹਨੂੰ ਇੱਕ ਦੌੜ ਨਾਲ ਤਸ਼ਬੀਹ ਦਿੰਦਾ, ਉਹ ਇਹਨੂੰ ਇੱਕ ਦੌੜ ਦੀ ਤਰ੍ਹਾਂ ਦੌੜਦਾ ਹੈ ਕਿ ਮੈਂ ਉਸ ਨਿਸ਼ਾਨ ਵੱਲ ਦੌੜਿਆ ਜਾ ਰਿਹਾ, ਉਸ ਟਾਰਗੇਟ ਨੂੰ ਫੋਕਸ ਕਰ ਰਿਹਾ ਜਿਹੜਾ ਮਸੀਹ ਨੇ ਮੇਰੇ ਸਾਹਮਣੇ ਰੱਖਿਆ ਕਿ ਪੁੱਤਰ ਤੂੰ ਇੱਥੇ ਤੱਕ ਪਹੁੰਚਣਾ, ਇਹ ਤੇਰਾ ਟਾਰਗੇਟ ਹੈ। ਹਰ ਬੰਦੇ ਨੂੰ ਖੁਦਾਵੰਦ ਨੇ ਇੱਕ ਟਾਰਗੇਟ ਦਿੱਤਾ ਹੈ, ਹਰ ਬੰਦੇ ਨੂੰ ਖੁਦਾ ਨੇ ਖਿਦਮਤ ਦਾ ਕੋਈ ਨਾ ਕੋਈ ਕੰਮ ਜ਼ਰੂਰ ਦਿੱਤਾ। ਆਮੀਨ। ਕੀ ਤੁਸੀਂ ਕਹਿ ਸਕਦੇ ਹੋ ਕਿ ਜੀ ਮੈਨੂੰ ਐਵੇਂ ਖੁਦਾ ਨੇ ਪੈਦਾ ਕਰ ਦਿੱਤਾ? ਤੁਹਾਡੇ 'ਚੋਂ ਕੋਈ ਇੱਕ ਸੋਚਦਾ ਹੋਏ ਕਿ ਮੈਨੂੰ ਤਾਂ ਖੁਦਾ ਨੇ ਬਸ ਐਵੇਂ ਪੈਦਾ ਕਰ ਛੱਡੇ? ਇੰਝ ਨਹੀਂ। ਮੇਰਾ, ਤੁਹਾਡੇ ਸਾਰਿਆਂ ਦਾ, ਇਹ ਬੱਚਿਆਂ ਦਾ, ਇਹ ਜਵਾਨਾਂ ਦਾ, ਇਹ ਬਜ਼ੁਰਗਾਂ ਦਾ ਕੋਈ ਨਾ ਕੋਈ ਇਹ ਜ਼ਮੀਨ ਤੇ ਕੰਮ ਹੈ ਜਿਹਦੇ ਲਈ ਖੁਦਾ ਨੇ ਸਾਨੂੰ ਸੱਦਿਆ, ਖੁਦਾ ਨੇ ਸਾਨੂੰ ਬੁਲਾਇਆ, ਔਰ ਖੁਦਾ ਚਾਹੁੰਦਾ ਹੈ ਕਿ ਅਸੀਂ ਉਸ ਕੰਮ ਨੂੰ ਸਮਝੀਏ, ਅਸੀਂ ਉਸ ਮਨਸੂਬੇ ਨੂੰ ਜਾਣੀਏ, ਅਸੀਂ ਉਸ ਮਨਸੂਬੇ ਨੂੰ ਪਹਿਚਾਨੀਏ ਔਰ ਉਹਦੇ ਵਿੱਚ ਜ਼ਿੰਦਗੀ ਗੁਜ਼ਾਰੀਏ। ਉਹ ਸ਼ਖਸ ਜਿਹੜਾ ਬੇਮਕਸਦ ਜ਼ਿੰਦਗੀ ਗੁਜ਼ਾਰ ਰਿਹਾ, ਉਹ ਸ਼ਖਸ ਆਪਣੀ ਜ਼ਿੰਦਗੀ ਨੂੰ ਜ਼ਾਇਆ ਕਰ ਰਿਹਾ। ਸਭ ਨਾਲੋਂ ਪਹਿਲੀ ਗੱਲ ਮੈਨੂੰ ਬੜੀ ਸੋਹਣੀ ਲੱਗਦੀ ਈਸਾਇਆ ਨਬੀ ਦੇ ਸੀਫੇ 'ਚ, ਮੈਂ ਇਹਨਾਂ ਲੋਕਾਂ ਨੂੰ ਇਸ ਲਈ ਬਣਾਇਆ ਕਿ ਮੇਰੀ ਹਮਦ ਕਰਨ। ਮੇਰਾ ਤੁਹਾਡਾ ਪਹਿਲਾ ਟਾਰਗੇਟ ਤੇ ਆਈ ਹੈ ਕਿ ਅਸੀਂ ਖੁਦਾ ਦੀ ਹਮਦ ਕਰੀਏ, ਅਸੀਂ ਕਮਰਾ ਬੰਦ ਕਰਕੇ ਪੋਸ਼ੀਦਗੀ 'ਚ ਆਪਣੇ ਅਸਮਾਨੀ ਬਾਪ ਨਾਲ ਗੱਲਾਂ ਕਰੀਏ, ਉਹਦੀ ਤਮਜੀਦ ਕਰੀਏ। ਖੁਦਾਵੰਦ ਤੂੰ ਕਿੱਡਾ ਪਿਆਰਾ ਹੈ, ਤੂੰ ਕਿੰਨਾ ਸੋਹਣਾ ਹੈ ਜੀ, ਤੂੰ ਕਿੰਨਾ ਖੂਬਸੂਰਤ ਹੈ, ਤੂੰ ਮੇਰੇ ਤੇ ਕਿੰਨੇ ਕਰਮ ਕੀਤੇ ਨੇ, ਤੇਰੀਆਂ ਕਰਮ ਨਵਾਜ਼ੀਆਂ ਮੇਰੇ ਤੇ ਕਿੰਨੀਆਂ ਨੇ, ਮੈਂ ਉਹਨਾਂ ਨੂੰ ਕਿਵੇਂ ਗਿਣ ਸਕਾਂ। ਖੁਦਾ ਦੇ ਮਨਸੂਬੇ ਰੇਤ ਦੇ ਜ਼ਰਰੇ ਦੀ ਤਰ੍ਹਾਂ ਨੇ, ਰੇਤ ਦੇ ਜ਼ਰਰਿਆਂ ਦੀ ਤਰ੍ਹਾਂ ਨੇ, ਅਸੀਂ ਉਹਨਾਂ ਨੂੰ ਗਿਣ ਵੀ ਨਹੀਂ ਸਕਦੇ, ਉਹਨਾਂ ਨੂੰ ਸ਼ੁਮਾਰ ਵੀ ਨਹੀਂ ਕਰ ਸਕਦੇ। ਜ਼ਬੂਰ 139 ਪੜ੍ਹੋ ਤੇ ਉਹਦੇ 'ਚ ਦਾਊਦ ਦੀ ਇਹ ਖੂਬਸੂਰਤ ਡਿਸਕਵਰੀ ਸਾਨੂੰ ਲੱਭਦੀ ਕਿ ਖੁਦਾ ਦੇ ਮਨਸੂਬੇ ਰੇਤ ਦੇ ਜ਼ਰਰਿਆਂ ਦੀ ਤਰ੍ਹਾਂ ਬੇਸ਼ਬਹਾ ਨੇ ਸਾਡੇ ਲਈ, ਔਰ ਉਹ ਸਾਨੂੰ ਸਮਝ ਕਦੋਂ ਆਉਣਗੇ? ਜਦੋਂ ਅਸੀਂ ਉਹਦੇ ਕੋਲ ਬੈਠਾਂਗੇ। ਸਾਡੇ ਕੋਲੇ ਖਾਦਮ ਆਉਂਦੇ ਸਨ ਸਰਗੋਦੇ ਤੋਂ, ਖੁਦਾਵੰਦ 'ਚ ਸੋ ਗਏ ਨੇ, ਉਹ ਕਹਿੰਦੇ ਸਨ ਕਿ ਜਿੱਥੇ ਖਰਾਦੀਆ ਕੰਮ ਕਰਦਾ ਉੱਥੇ ਲੋਹੇ ਦਾ ਸਕ੍ਰੈਪ ਡਿੱਗਦਾ, ਖਰਾਦੀਆ ਜਿੱਥੇ ਲੋਹਾ ਘੜਦਾ ਉੱਥੇ ਲੋਹੇ ਦੀਆਂ ਚਿਪਰਾਂ ਡਿੱਗਦੀਆਂ, ਤੇ ਜਿੱਥੇ ਸੁਨਿਆਰਾ ਬਹਿ ਕੇ ਕੰਮ ਕਰਦਾ ਉੱਥੇ ਸੋਨਾ ਡਿੱਗਦਾ, ਤੇ ਜਿੱਥੇ ਖੁਦਾ ਦੇ ਲੋਕ ਨੇ ਉੱਥੇ ਗੱਲਾਂ ਵੀ ਸੋਹਣੀਆਂ ਹੁੰਦੀਆਂ ਨੇ, ਜਿੱਥੇ ਇਮਾਨਦਾਰਾਂ ਦੀ ਰਫਾਕਤ ਹੈ ਉੱਥੇ ਚਸਕੇ ਵੀ ਵੱਖਰੇ ਨੇ, ਉੱਥੇ ਲਾਦੇ ਵੀ ਮਜ਼ੇ ਨੇ, ਤੇ ਜਿੱਥੇ ਕੋਝੀਆਂ ਗੱਲਾਂ ਕਰਨ ਵਾਲੇ ਲੋਕ ਬੈਠੇ ਹੋਏ ਨੇ, ਫਜ਼ੂਲ ਗੱਲਾਂ ਕਰਨ ਵਾਲੇ ਲੋਕ ਬੈਠੇ ਨੇ, ਉਹਨਾਂ ਤੋਂ ਅਸੀਂ ਸਿੱਖਣਾ ਕੀ? ਜਿੱਥੇ ਲੋਹਾ ਡਿੱਗ ਰਿਹਾ ਉੱਥੋਂ ਲੋਹਾ ਇਕੱਠਾ ਕਰਨਾ, ਜਿੱਥੇ ਲੋਕ ਗਾਲਾਂ ਕੱਢ ਰਹੇ ਨੇ ਉੱਥੋਂ ਗਾਲਾਂ ਹੀ ਸਿੱਖ ਕੇ ਆਉਣਾ, ਜਿੱਥੇ ਲੋਕ ਗੰਦੀਆਂ ਹਰਕਤਾਂ, ਕੋਝੀਆਂ ਹਰਕਤਾਂ ਕਰ ਰਹੇ ਨੇ ਉੱਥੋਂ ਅਸੀਂ ਗੰਦੀਆਂ ਹਰਕਤਾਂ ਹੀ ਸਿੱਖ ਕੇ ਆਉਣਾ। ਲੇਕਿਨ ਜਦੋਂ ਇਮਾਨਦਾਰਾਂ ਦੀ ਮੰਡਲੀ 'ਚ ਅਸੀਂ ਬੈਠਾਂਗੇ, ਉਹਨਾਂ ਨਾਲ ਮਿਲ ਕੇ ਖੁਦਾ ਦੇ ਨਾਂ ਦੀ ਤਮਜੀਦ ਕਰਾਂਗੇ, ਸਤਾਇਸ਼ ਕਰਾਂਗੇ, ਤੇ ਕੋਈ ਨਵਾਂ ਗੀਤ ਸਿੱਖ ਕੇ ਹੀ ਜਾਵਾਂਗੇ ਘਰ, ਤੇ ਗੁੰਗੁਨਾਉਂਦੇ ਹੋਏ ਅੰਦਰ ਐਂਟਰ ਹੋਵਾਂਗੇ, ਤੇ ਮਿਸਿਸ ਪੁੱਛੇਗੀ ਇਹ ਕੀ ਗਾ ਰਹੇ ਹੋ? ਇਹ ਅੱਜ ਨਵਾਂ ਗੀਤ ਹੈ ਜਿਹੜਾ ਮੈਂ ਸਿੱਖ ਕੇ ਆਇਆ। ਆਮੀਨ। ਸੋ ਖੁਦਾ ਇਹ ਚਾਹੁੰਦਾ ਹੈ ਕਿ ਅਸੀਂ ਉਹਦੀ ਹਜ਼ੂਰੀ ਚਾਹੀਏ। ਤੇ ਪੌਲੁਸ ਕਹਿੰਦਾ ਕਿ ਬਈ ਭਰਾਓ ਮੇਰਾ ਖਿਆਲ ਨਹੀਂ ਭਈ ਮੇਰੇ ਹੱਥ ਲੱਗ ਗਿਆ ਹੈ, ਪਰ ਇੱਕ ਗੱਲ ਕਰਨਾ, ਜਿਹੜੀਆਂ ਸ਼ੈਵਾਂ ਪਿੱਛੇ ਰਹਿ ਗਈਆਂ ਨੇ ਉਹਨਾਂ ਨੂੰ ਵਸਾਰ ਕੇ ਅਗਲੀਆਂ ਸ਼ੈਵਾਂ ਵੱਲ ਵੱਧਦਾ ਜਾਣਾ। ਕਈ ਦਫਾ ਅਸੀਂ ਪਿਛਲੀਆਂ ਗੱਲਾਂ ਨੂੰ ਬੜਾ ਆਪਣੇ ਅੰਦਰ ਬੰਨ ਲੈਂਦੇ ਹਾਂ, ਓ ਹੋ ਇੰਜ ਕਿਉਂ ਹੋ ਗਿਆ, ਇੰਜ ਕਿਉਂ ਹੋ ਗਿਆ। ਫੋਰਗੇਟ ਇਟ, ਭੁੱਲ ਜਾਓ ਉਹਨਾਂ ਨੂੰ। ਅੱਗੇ ਦੇਖੋ, ਅੱਗੇ ਕੀ? ਤੁਸੀਂ ਦੇਖਿਆ ਹੋਣਾ ਗੱਡੀ ਦੇ ਵਿੱਚ ਫਰੰਟ ਦੇ ਉੱਤੇ ਬੜਾ ਵੱਡਾ ਸ਼ੀਸ਼ਾ ਲੱਗਾ ਹੁੰਦਾ ਤੇ ਪਿੱਛੇ ਵੇਖਣ ਲਈ ਐਡਾ ਜਿਹਾ। ਤੁਸੀਂ ਨੋਟ ਕੀਤੀ ਇਹ ਗੱਲ? ਗੱਡੀ 'ਚ ਤੁਸੀਂ ਬੈਠੋ ਤੇ ਪਿੱਛੇ ਵੇਖਣ ਵਾਲੇ ਸ਼ੀਸ਼ੇ ਨਿੱਕੇ ਨਿੱਕੇ ਨੇ, ਸਾਹਮਣੇ ਵੇਖਣ ਵਾਲਾ ਸ਼ੀਸ਼ਾ ਬਹੁਤ ਵੱਡਾ ਹੈ। ਮਕਸਦ ਕੀ ਹੈ ਕਿ ਗੱਡੀ ਚਲਾਉਣ ਵਾਲੇ ਨੂੰ ਜ਼ਿਆਦਾ ਅੱਗੇ ਦੇਖਣਾ ਚਾਹੀਦਾ। ਅਗਰ ਉਹ ਅੱਗੇ ਨਹੀਂ ਦੇਖੇਗਾ ਤੇ ਅੱਗੋਂ ਕੋਈ ਸ਼ੈ ਵੱਜੇਗੀ, ਉਹ ਅੱਗੇ ਅਗਰ ਸੜਕ ਨਹੀਂ ਹੈ ਤਾਂ ਟੋਏ 'ਚ ਜਾ ਪਏਗਾ। ਜ਼ਿੰਦਗੀ ਨੂੰ ਗੁਜ਼ਾਰਨ ਦਾ ਵੀ ਤਰੀਕਾ ਹੈ ਕਿ ਅਸੀਂ ਅੱਗੇ ਦੇਖੀਏ ਲੇਕਿਨ ਪਿੱਛੇ ਵੀ ਯਾਦ ਰੱਖੀਏ ਕਿ ਅਸੀਂ ਪਿੱਛੇ ਕੀ ਕਰ ਰਹੇ ਹਾਂ। ਆਪਣੇ ਮਾਜ਼ੀ ਨੂੰ ਭੁੱਲਣਾ ਨਹੀਂ ਚਾਹੀਦਾ। ਮੈਂ ਕਿੱਥੋਂ ਨਿਕਲ ਕੇ ਆਇਆ, ਖੁਦਾ ਨੇ ਮੈਨੂੰ ਕਿੱਥੋਂ ਕੱਢਿਆ, ਮੈਂ ਕਿਸ ਦਲਦਲ 'ਚ ਫਸਿਆ ਹੋਇਆ ਸਾਂ, ਗੁਨਾਹਾਂ ਦੀ ਕਿਸ ਕੈਦ ਦੇ ਵਿੱਚ ਮੈਂ ਫਸ ਚੁੱਕਿਆ ਸਾਂ ਜਿਹਦੇ 'ਚੋਂ ਨਿਕਲਣਾ ਮੇਰੇ ਲਈ ਮੁਮਕਿਨ ਨਹੀਂ ਸੀ। ਲੇਕਿਨ ਮਸੀਹ ਯਿਸੂ ਦੇ ਸਬਬੋਂ, ਉਹਦੇ ਖੂਨ ਬਹਾਨ ਦੇ ਸਬਬੋਂ, ਸਲੀਬੀ ਮੌਤ ਦੇ ਸਬਬੋਂ, ਉਹਦੇ ਕਫਾਰੇ ਦੇ ਸਬਬੋਂ, ਉਹਦੇ ਇਵਜ਼ੀ ਬਣਨ ਦੇ ਸਬਬੋਂ ਮੈਂ ਬਚ ਗਿਆ, ਮੈਂ ਆਜ਼ਾਦ ਹੋ ਗਿਆ, ਮੈਂ ਮੁਫਤ ਰਾਸਤਬਾਜ਼ ਠਹਿਰਾਇਆ ਗਿਆ। ਇਸ ਗੱਲ ਨੂੰ ਸਾਨੂੰ ਭੁੱਲਣਾ ਨਹੀਂ ਚਾਹੀਦਾ। ਸਾਨੂੰ ਮਾਜ਼ੀ ਦੇ ਸ਼ੀਸ਼ਿਆਂ 'ਚ ਜ਼ਰੂਰ ਦੇਖਦੇ ਰਹਿਣਾ ਚਾਹੀਦਾ। ਮਾਜ਼ੀ ਦੇ ਜਿਹੜੇ ਸ਼ੀਸ਼ੇ ਨੇ, ਅਦਸੇ ਨੇ, ਉਹ ਪੁਰਾਣਾ ਅਹਿਦਨਾਮਾ ਹੈ। ਪੁਰਾਣੇ ਅਹਿਦਨਾਮੇ 'ਚ ਨਬੀਆਂ ਦੇ ਹਵਾਲ ਕੀ ਨੇ, ਖੁਦਾ ਨਬੀਆਂ ਦੀ ਰਾਹੀਂ ਕਿਵੇਂ ਬੋਲਦਾ ਰਿਹਾ, ਔਰ ਇਸ ਆਖਰੀ ਦੌਰ ਦੇ ਵਿੱਚ ਖੁਦਾ ਨੇ ਆਪਣੇ ਬੇਟੇ ਦੇ ਵਸੀਲੇ ਕਿਵੇਂ ਆਪਣੇ ਕਲਾਮ ਨੂੰ ਪੂਰੇ ਤੌਰ ਤੇ ਜ਼ਾਹਰ ਕਰ ਦਿੱਤਾ। ਪ੍ਰੇਜ਼ ਦ ਲਾਰਡ।
ਤੇ ਪਲੂਸ ਕਹਿੰਦਾ ਜਿਹੜੀਆਂ ਸ਼ੈਵਾਂ ਪਿੱਛੇ ਰਹਿ ਗਈਆਂ ਨੇ, ਮੈਂ ਮਾਜ਼ੀ 'ਚ ਜੋ ਕੁਝ ਕਰਦਾ ਰਿਹਾ ਉਹ ਆਪਣੀ ਪਰਸਨਲ ਲਾਈਫ ਦੀ ਗੱਲ ਕਰ ਰਿਹਾ। ਜੋ ਕੁਝ ਮੈਂ ਮਾਜ਼ੀ 'ਚ ਕਰਦਾ ਰਿਹਾ, ਜਿੰਨੇ ਵੀ ਮੈਂ ਕੋਝੇ ਕੰਮ ਕੀਤੇ ਨੇ, ਮੈਂ ਉਹਨਾਂ ਤੇ ਗੌਰ ਨਹੀਂ ਕਰਾਂਗਾ, ਕਿਉਂਕਿ ਮੈਨੂੰ ਪਤਾ ਹੈ ਕਿ ਖੁਦਾ ਨੇ ਉਹ ਪਾਪ ਚੁੱਕ ਕੇ ਦੂਰ ਦੁਰਾਡੇ ਸੁੱਟ ਦਿੱਤੇ ਨੇ। ਜ਼ਬੂਰ 103 'ਚ ਅਸੀਂ ਗਾਉਂਦੇ ਆ, ਪਾਪ ਖੁਦਾ ਨੇ ਚੁੱਕ ਕੇ ਸਾਰੇ ਸੁੱਟੇ ਦੂਰ। ਖੁਦਾ ਜਦੋਂ ਸਾਡੇ ਗੁਨਾਹ ਮਾਫ ਕਰਦਾ ਫਿਰ ਉਹ ਦੁਬਾਰਾ ਯਾਦ ਨਹੀਂ ਕਰਦਾ ਉਹਨਾਂ ਨੂੰ। ਇਹ ਖੁਦਾ ਦੀ ਸਿਫਤ ਹੈ, ਇਹ ਖੁਦਾ ਦੀ ਜ਼ਾਤ ਦਾ ਇੱਕ ਬਹੁਤ ਵੱਡਾ ਵਸਫ ਹੈਗਾ ਕਿ ਖੁਦਾ ਸਾਡੇ ਗੁਨਾਹਾਂ ਨੂੰ ਮਾਫ ਕਰਦਾ ਫਿਰ ਉਹਨਾਂ ਨੂੰ ਭੁੱਲ ਜਾਂਦਾ, ਖੁਦਾ ਉਹਨਾਂ ਨੂੰ ਯਾਦ ਨਹੀਂ ਕਰਦਾ। ਤੇ ਪਲੂਸ ਕਹਿੰਦਾ ਮੈਂ ਵੀ ਉਹਨਾਂ ਚੀਜ਼ਾਂ ਨੂੰ ਵਸਾਰ ਦਿੱਤਾ, ਮੈਂ ਉਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਲਾਉਂਦਾ। ਮੇਰਾ ਫੋਕਸ ਅੱਗੇ ਵੇ ਕਿ ਮੈਂ ਹੁਣ ਕੀ ਕਰਨਾ। ਮੈਨੂੰ ਖਿਦਮਤ ਕਰਦੇ 22 ਸਾਲ ਹੋ ਗਏ ਨੇ ਤੇ 22 ਸਾਲਾਂ 'ਚ ਜੋ ਕੁਝ ਮੈਂ ਪਿੱਛੇ ਕਰ ਚੁੱਕਿਆ, ਮੈਂ ਨਹੀਂ ਕਹਿੰਦਾ ਕਿ ਮੈਂ ਕੋਈ ਬਹੁਤ ਵੱਡਾ ਕਾਰਨਾਮਾ ਕੀਤਾ, ਮੈਂ ਕਹਿੰਦਾ ਮੈਂ ਕੁਝ ਨਹੀਂ ਕੀਤਾ, ਮੇਰਾ ਬੈਸਟ ਹਿੱਸਾ ਅੱਗੇ ਪਿਆ ਹੈ। ਆਮੀਨ। ਮੈਂ ਜਿੰਨਾ ਜ਼ਿਆਦਾ ਬਦਨੀ ਤੌਰ ਤੇ ਕਮਜ਼ੋਰ ਹੋ ਜਾਵਾਂ ਕੋਈ ਗੱਲ, ਲੇਕਿਨ ਮੇਰਾ ਫੋਕਸ ਕਮਜ਼ੋਰ ਨਹੀਂ ਹੋਣਾ ਚਾਹੀਦਾ। ਖਿਦਮਤ ਲਈ ਮੇਰਾ ਜਜ਼ਬਾ ਕਮਜ਼ੋਰ ਨਹੀਂ ਹੋਣਾ ਚਾਹੀਦਾ। ਮੇਰੀ ਬਾਡੀ ਹੁਣ ਉਸ ਤਰ੍ਹਾਂ ਦੀ ਨਹੀਂ ਰਹੀ ਜਿਸ ਤਰ੍ਹਾਂ ਦੀ ਪਹਿਲੇ ਸੀ। ਪਹਿਲੇ ਬੜੀ ਲਚਕਦਾਰ ਸੀ, ਹੁਣ ਮੇਰੀ ਬਾਡੀ ਇੰਨੀ ਲਚਕ ਨਹੀਂ ਖਾਂਦੀ। ਉਮਰ ਦਾ ਵੀ ਤਕਾਜ਼ਾ ਹੈ, ਜਿਸ ਤਰ੍ਹਾਂ ਬੰਦੇ ਦੀ ਉਮਰ ਵੱਧਦੀ ਹੈ, ਥਕੇਵਾਂ ਉਹਨੂੰ ਚੜ੍ਹਦਾ, ਹਾਲਾਤ ਔਰ ਵਾਕਿਆਤ ਉਹਦੇ ਤੇ ਪ੍ਰੈਸ਼ਰ ਪਾਉਂਦੇ ਨੇ ਤੇ ਫਿਰ ਸਾਡੀ ਬਾਡੀ ਸਾਥ ਨਹੀਂ ਦਿੰਦੀ। ਲੇਕਿਨ ਯਾਦ ਰੱਖੋ, ਅਗਰ ਸਾਡਾ ਜਜ਼ਬਾ ਜਵਾਨ ਹੈ, ਖੁਦਾਵੰਦ ਦੀ ਖਿਦਮਤ ਕਰਨ ਲਈ ਸਾਡਾ ਫੋਕਸ ਕਲੀਅਰ ਹੈ, ਤੇ ਫਿਰ ਸਾਡੀ ਬਾਡੀ ਭਾਵੇਂ ਜੋ ਮਰਜ਼ੀ ਹੋ ਜਾਏ, ਖੁਦਾਵੰਦ ਸਾਡੇ ਤੋਂ ਕੰਮ ਲੈਂਦਾ ਰਹੇਗਾ। ਨਿਕ ਵਾਇਚਿਚ ਦੀਆਂ ਨਾ ਬਾਹਾਂ ਨੇ ਨਾ ਲੱਤਾਂ ਨੇ, ਲੇਕਿਨ ਉਹਦੇ ਅੰਦਰ ਖਿਦਮਤ ਦਾ ਜਜ਼ਬਾ ਹੈ। ਉਹ ਪੂਰੀ ਦੁਨੀਆ ਦੇ ਵਿੱਚ ਜਾ ਰਿਹਾ ਹੈ ਔਰ ਕਲਾਮ ਸੁਣਾ ਰਿਹਾ ਹੈ। ਲੱਤਾਂ ਬਾਹਾਂ ਦੇ ਬਗੈਰ ਉਹ ਬੰਦਾ ਪੈਦਾ ਹੀ ਇਸ ਤਰ੍ਹਾਂ ਹੋਇਆ ਸੀ, ਨਾ ਉਹਦੀਆਂ ਬਾਹਾਂ ਸਨ ਇੱਥੋਂ ਤੇ ਨਾ ਹੀ ਉਹਦੀਆਂ ਲੱਤਾਂ ਸਨ, ਲੇਕਿਨ ਉਹਦੇ ਅੰਦਰ ਖਿਦਮਤ ਦਾ ਜਜ਼ਬਾ ਹੈ। ਕੋਈ ਉਹਨੂੰ ਡਾਕੀ ਨਹੀਂ ਪਾ ਰਿਹਾ, ਕੋਈ ਉਹਨੂੰ ਡਾਕੀ ਨਹੀਂ ਪਾ ਰਿਹਾ, ਕਿਉਂਕਿ ਉਹਦੇ ਅੰਦਰ ਖੁਦਾ ਦਾ ਕਲਾਮ ਹੈ। ਪਲੂਸ ਰਸੂਲ ਫਰਮਾਉਂਦੇ ਨੇ ਵੀ ਮੈਂ ਤੇ ਕੈਦ ਹਾਂ, ਪਰ ਖੁਦਾ ਦਾ ਕਲਾਮ ਤੇ ਕੈਦ ਨਹੀਂ। ਉਹ ਕੈਦਖਾਨੇ ਦੇ ਵਿੱਚ ਬਹਿ ਕੇ ਖਤੂਤ ਲਿਖਦਾ ਰਿਹਾ ਕਲੀਸਿਆਵਾਂ ਨੂੰ, ਔਰ ਕਲੀਸਿਆਵਾਂ ਤਰੱਕੀ ਕਰਦੀਆਂ ਗਈਆਂ। ਬੰਦਾ ਕੈਦ ਹੋ ਸਕਦਾ, ਬੰਦਾ ਬਿਮਾਰ ਹੋ ਕੇ ਬੈੱਡ ਤੇ ਪੈ ਸਕਦਾ, ਲੇਕਿਨ ਖੁਦਾ ਦਾ ਕਲਾਮ ਕਦੀ ਨਹੀਂ ਜੇ ਰੁਕਦਾ, ਕਿਉਂਕਿ ਖੁਦਾ ਦਾ ਕਲਾਮ ਜ਼ਿੰਦਗੀ ਹੈ ਤੇ ਜ਼ਿੰਦਗੀ ਕਦੀ ਰੁਕਦੀ ਨਹੀਂ। ਆਮੀਨ। ਜ਼ਿੰਦਗੀ ਆਪਣਾ ਸਫ਼ਰ ਜਾਰੀ ਰੱਖਦੀ। ਪਿਛਲੀਆਂ ਸ਼ੈਵਾਂ ਨੂੰ ਛੱਡ ਕੇ ਅਗਲੀਆਂ ਸ਼ੈਵਾਂ ਵੱਲ ਧਿਆਨ ਲਾਉਂਦਾ ਹੈ। ਨਿਸ਼ਾਨੇ ਵੱਲ ਭੱਜਾ ਜਾਣਾ ਤਾਂ ਜੋ ਉਸ ਨਾਮ ਨੂੰ ਲੈ ਲਵਾਂ ਜਿਹਦੇ ਲਈ ਖੁਦਾ ਨੇ ਮਸੀਹ ਯਸੂ ਦੀ ਰਾਹੀਂ ਮੈਨੂੰ ਤਾਂ ਸੱਦਿਆ। ਖੁਦਾ ਨੇ ਮੈਨੂੰ ਸੱਦਿਆ ਕਿਵੇਂ? ਮੈਂ ਮਸੀਹ ਯਸੂ ਦੀ ਰਾਹੀਂ। ਅਗਰ ਅਸੀਂ ਮਸੀਹ ਯਸੂ ਨੂੰ ਨਹੀਂ ਜਾਣਦੇ ਤੇ ਮਸੀਹ ਯਸੂ ਨੂੰ ਜਾਣੇ ਬਗੈਰ ਕੋਈ ਵੀ ਖਿਦਮਤ ਨਹੀਂ ਕਰ ਸਕਦਾ। ਇਹ ਆਖਰੀ ਗੱਲ ਹੈ ਜਿਹਦੇ ਤੇ ਮੈਂ ਇਸ ਪੈਗਾਮ ਨੂੰ ਖਤਮ ਕਰਨਾ ਚਾਹਨਾ। ਬਹੁਤ ਸੇ ਲੋਕ ਖਿਦਮਤ ਕਰਨ ਦਾ ਜਜ਼ਬਾ ਰੱਖਦੇ ਆਪਣੇ ਅੰਦਰ। मैं भाई साहब खिदमत करना चाहना, भाई साहब मेरे लिए दुआ करें, मैं खिदमत करना चाहती हूँ, मैं खिदमत करना चाहता हूँ। अच्छा, खिदमत तुसी करना चाहते हो, क्या तुसी यसू नूं जानदे हो? क्योंकि खिदमत दा काम यसू मसीह दी राहीं फ्रूटफुल हुंदा। अगर असीं यसू मसीह नूं पर्सनली तौर ते नहीं जानदे, यसू मसीह दे नाल साडा कोई एका नहीं, यसू मसीह दे नाल साडी कोई रफाकत नहीं, कोई संगत नहीं, कोई सांझ नहीं उहदे नाल, ते कदी भी असीं एक मौसर खिदमत नहीं कर सकते। हाँ, मूँह तो असीं हालेलुया दे नारे मारते रहांगे, जाके लोगों को कलाम भी सुनाते रहांगे, लोग अगों सुते रहणगे, और असीं लोकां कोलों मूँहों पैसे मंगांगे कि मैं तुहानूं कलाम सुनाण आई सां, मैं तुहानूं कलाम सुनाण आया, ते हदिया ते दिओ, मेरा पेट्रोल लग्या 300 रुपए। ਇਹ ਉਹ ਲੋਕ ਨੇ ਜਿਨ੍ਹਾਂ ਨੂੰ ਖੁਦਾਵੰਦ ਨੇ ਸੱਦਿਆ ਨਹੀਂ, ਇਹ ਆਪਣੀ ਮਰਜ਼ੀ ਨਾਲ ਹੀ ਖਿਦਮਤ ਕਰਨ ਨਿਕਲ ਪਏ ਤੇ ਲੋਕਾਂ ਕੋਲ ਪੈਟਰੋਲ ਦੇ ਪੈਸੇ ਮੰਗ ਰਹੇ। ਮੈਂ ਜਦ ਖੁਦਾ ਦਾ ਖਾਦਮ ਆ ਤੇ ਮੈਨੂੰ ਲੋਕਾਂ ਕੋਲ ਪੈਟਰੋਲ ਦੇ ਪੈਸੇ ਮੰਗਣ ਦੀ ਲੋੜ ਨਹੀਂ। ਮੈਨੂੰ ਖੁਦਾ ਨੇ ਭੇਜਿਆ ਤੇ ਮੇਰੇ ਪੈਟਰੋਲ ਦਾ ਇੰਤਜ਼ਾਮ ਉਹਨੇ ਕਰਨਾ। ਉਹ ਛੋਟਾ ਖੁਦਾ ਤੇ ਨੇ, ਉਹ ਐਡਾ ਨਿੱਕਾ ਕਿ ਉਹ ਮੈਨੂੰ ਲੋਕਾਂ ਦੇ ਅੱਗੇ ਹੱਥ ਫੈਲਾਉਣ ਤੇ ਮਜਬੂਰ ਕਰ ਦੇ। ਉਹ ਬਾਦਸ਼ਾਹਾਂ ਦਾ ਬਾਦਸ਼ਾਹ, ਦੁਨੀਆ ਦੀਆਂ ਸਾਰੀਆਂ ਕਰੰਸੀਆਂ ਉਹਦੇ ਅੰਡਰ ਨੇ, ਦੁਨੀਆ ਦੀ ਸਾਰੀ ਚਾਂਦੀ ਤੇ ਸਾਰਾ ਸੋਨਾ ਤੇ ਸਾਰੇ ਹੀਰੇ ਜਵਾਹਰਾਤ ਉਹਦੇ ਨੇ। ਉਹਨੇ ਬਣਾ ਕੇ ਜ਼ਮੀਨ ਦੇ ਅੰਦਰ ਦੱਬੇ ਨੇ ਕਿ ਕੱਢ ਲੋ। ਆਮੀਨ। सारे इख्तियार